ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਸਿੰਘ ਨੇ ਕਹਿ ਦਿੱਤਾ, ਮਹਾਰਾਜ ਇਸ ਤਰ੍ਹਾਂ ਦਾ ਕੋਈ ਬੰਦਾ ਹੈ ਜਿਸ ਨੂੰ ਸੁੱਖ ਵੀ ਕਬੂਲ ਹੋਵੇ ਤੇ ਦੁੱਖ ਵੀ ਕਬੂਲ ਹੋਵੇ ਅਤੇ ਉਸ ਦੀ ਅਵਸਥਾ ਇੱਕੋ ਜਿਹੀ ਰਹੇ, ਕੋਈ ਵੀ ਫਰਕ ਨਾ ਪਵੇ, ਇੱਜ਼ਤ ਵੀ ਕਬੂਲ ਤੇ ਬੇਇੱਜ਼ਤੀ ਵੀ ਕਬੂਲ, ਖੁਸ਼ੀਆਂ ਵੀ ਕਬੂਲ ਤੇ ਦੁੱਖ ਵੀ ਕਬੂਲ। ਉਸਨੇ ਆਖਿਆ, ਮਹਾਰਾਜ ਇਹ ਗੱਲਾਂ ਜ਼ਰੂਰ ਨੇ, ਇਸ ਤਰ੍ਹਾਂ ਹੋਣਾ ਬਹੁਤ ਔਖਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਅਸੀਂ ਤੈਨੂੰ ਇੱਕ ਸਿੱਖ ਦੇ ਕੋਲ ਭੇਜਦੇ ਹਾਂ, ਤੂੰ ਸਿਰਫ ਇੱਕ ਰਾਤ ਉੱਥੇ ਰਹਿ ਤੇ ਫਿਰ ਆ ਕੇ ਮੇਰੇ ਨਾਲ ਗੱਲ ਕਰੀ। ਇਹ ਸਿੱਖ ਕੌਣ ਸੀ? ਭਾਈ ਭਿਖਾਰੀ। ਰੁੱਕਾ ਲੈ ਕੇ ਪਹੁੰਚਿਆ ਭਾਈ ਭਿਖਾਰੀ ਦੇ ਘਰ। ਘਰ ਵਿੱਚ ਨਹੀਂ ਸੀ ਭਾਈ ਭਿਖਾਰੀ, ਆਪਣੀ ਦੁਕਾਨ 'ਤੇ ਸੀ। ਦੁਕਾਨ 'ਤੇ ਉਹ ਘਿਓ ਵੇਚਣ ਦਾ ਕੰਮ ਕਰਦੇ ਸੀ। ਘਰ ਵਿੱਚ ਪਰਿਵਾਰ ਨੇ ਬਿਠਾਇਆ ਕਿ ਆ ਜਾਂਦੇ ਨੇ ਹੁਣੇ ਭਾਈ ਸਾਹਿਬ। ਸ਼ਾਮ ਦਾ ਸਮਾਂ ਹੋਇਆ। ਘਰ ਵਿੱਚ 8-10 ਦਰਜੀ ਬੈਠੇ ਹੋਏ ਸਨ ਜੋ ਕੱਪੜੇ ਸਿਲਾਈ ਕਰ ਰਹੇ ਸਨ। ਪੁੱਛਣ 'ਤੇ ਪਤਾ ਲੱਗਾ ਲੜਕੇ ਦੀ ਸ਼ਾਦੀ ਹੈ, ਕੱਲ੍ਹ ਬਰਾਤ ਜਾਣੀ ਹੈ ਤਾਂ ਕੱਪੜਿਆਂ ਦੀ ਸਿਲਾਈ ਹੋ ਰਹੀ ਹੈ। ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਸੀ। ਚਾਰੇ ਪਾਸੇ ਘਰ ਵਿੱਚ ਚਹਿਲ ਪਹਿਲ ਸੀ ਤੇ ਬੜੀ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ। ਪਰ ਇਹ ਸਿੱਖ ਬੇਚੈਨੀ ਵਿੱਚ ਸੀ। ਇਸ ਦਾ ਕਾਰਨ ਇਹ ਸੀ ਕਿ ਜਦ ਭਾਈ ਭਿਖਾਰੀ ਨੂੰ ਦੇਖਿਆ ਤਾਂ ਕਿਤੇ ਬਾਜ਼ਾਰ ਵਿੱਚ ਲੰਘਦਿਆਂ ਹੋਇਆਂ ਇਹਦੀ ਨਜ਼ਰ ਭਾਈ ਭਿਖਾਰੀ 'ਤੇ ਪਈ ਸੀ। ਭਾਈ ਭਿਖਾਰੀ ਇੱਕ ਪੈਸੇ ਲਈ ਝਗੜਾ ਕਰ ਰਹੇ ਸਨ। ਗ੍ਰਾਹਕ ਨੇ ਘਿਓ ਲੈ ਲਿਆ ਤੇ ਇੱਕ ਪੈਸਾ ਕੱਟ ਦਿੱਤਾ ਸੀ ਤੇ ਭਾਈ ਜੀ ਕਹਿੰਦੇ, ਅਸੀਂ ਇੱਕੋ ਹੀ ਰੇਟ ਰੱਖਿਆ, ਪੂਰੇ ਪੈਸੇ ਦੇ ਕੇ ਸਮਾਨ ਲੈ ਜਾਓ, ਨਹੀਂ ਤਾਂ ਰਹਿਣ ਦਿਓ, ਪਰ ਇੱਕ ਪੈਸਾ ਵੀ ਕੱਟ ਨਹੀਂ ਲੈਣਾ। ਉਂਝ ਜੇ ਤੈਨੂੰ ਲੋੜ ਹੈ, ਜੇ ਤੂੰ ਮੰਗੇ ਤਾਂ ਚੱਲੂਗਾ, ਪਰ ਜੇ ਮੈਂ ਚੀਜ਼ ਮੁੱਲ ਦੇਣੀ ਤਾਂ ਇੱਕ ਪੈਸਾ ਘੱਟ ਨਹੀਂ ਚੱਲੇਗਾ। ਘਿਓ ਇੱਥੇ ਰੱਖ। ਤਾਂ ਗ੍ਰਾਹਕ ਨੇ ਜੋ ਇੱਕ ਪੈਸਾ ਘੱਟ ਸੀ ਉਹ ਵੀ ਦੇ ਦਿੱਤਾ ਤੇ ਜਦ ਦੇਖਿਆ ਇਹ ਭਾਈ ਭਿਖਾਰੀ ਤਾਂ ਸਿੱਖ ਨੇ ਸੋਚਿਆ, ਗੁਰੂ ਅਰਜਨ ਦੇਵ ਜੀ ਨੇ ਵੀ ਕਿੱਥੇ ਭੇਜ ਦਿੱਤਾ, ਇੱਕ ਪੈਸੇ ਲਈ ਜੋ ਲੜਦਾ ਸੀ ਉਹਦੇ ਘਰ ਭੇਜ ਦਿੱਤਾ। ਭਾਈ ਭਿਖਾਰੀ ਨੇ ਸਿੱਖ ਦਾ ਸਨਮਾਨ ਕੀਤਾ, ਪੂਰਾ ਆਦਰ ਕੀਤਾ। ਰਾਤ ਹੋ ਗਈ। ਭਾਈ ਭਿਖਾਰੀ ਨੇ ਕਿਹਾ, ਭੋਜਨ ਛਕੋ। ਭਾਈ ਸਾਹਿਬ ਕਹਿਣ ਲੱਗੇ, ਹੱਥ ਧੋ ਲਵੋ। ਸਿੱਖ ਨੇ ਆਖਿਆ, ਹੱਥ ਧਵਾ, ਪਰ ਅਸੀਂ ਪਾਣੀ ਨਾਲ ਨਹੀਂ ਹੱਥ ਧੋਂਦੇ, ਅਸੀਂ ਘਿਓ ਨਾਲ ਹੱਥ ਧੋਂਦੇ ਹਾਂ। ਭਾਈ ਭਿਖਾਰੀ ਨੇ ਭਰਿਆ ਹੋਇਆ ਘਿਓ ਦਾ ਡੋਲੂ ਸਿੱਖ ਦੇ ਹੱਥਾਂ 'ਤੇ ਪਾ ਦਿੱਤਾ। ਸਿੱਖ ਨੇ ਕਿਹਾ, ਮੈਂ ਤਾਂ ਤੈਨੂੰ ਇੱਕ ਪੈਸੇ ਲਈ ਲੜਦਾ ਦੇਖਿਆ, ਇੱਥੇ ਸਾਰਾ ਡੋਲੂ ਪਲਟ ਕੇ ਰੱਖ ਦਿੱਤਾ। ਭਾਈ ਭਿਖਾਰੀ ਨੇ ਕਿਹਾ, ਉਹ ਮੇਰੀ ਕਿਰਤ ਸੀ, ਇਹ ਮੇਰੀ ਸੇਵਾ ਤੇ ਮੈਂ ਸਿੱਖ ਦੀ ਸੇਵਾ ਕਰਨੀ ਹੈ, ਉਹ ਮੇਰੀ ਕਿਰਤ ਹੈ। ਮੈਂ ਆਪਣੇ ਧੰਦੇ ਵਿੱਚ ਵੀ ਪੂਰਾ ਹਾਂ ਤੇ ਮੈਂ ਆਪਣੀ ਸੇਵਾ ਵਿੱਚ ਵੀ ਪੂਰਾ ਹਾਂ। ਫਿਰ ਵੀ ਸਿੱਖ ਦੀ ਬੇਚੈਨੀ ਮਿਟੀ ਨਹੀਂ। ਰਾਤ ਨੂੰ ਜਿਸ ਕਮਰੇ ਵਿੱਚ ਸੁਲਾਇਆ ਉੱਥੇ ਫੱਟਾ ਪਿਆ ਸੀ ਜਿਸ ਉੱਤੇ ਮੁਰਦਿਆਂ ਨੂੰ ਲੈ ਜਾਇਆ ਜਾਂਦਾ ਹੈ ਤੇ ਉਹ ਪੂਰਾ ਸਜਾ ਕੇ ਰੱਖਿਆ ਹੋਇਆ ਸੀ। ਹੈਰਾਨ ਹੋਇਆ, ਇਸ ਘਰ ਵਿੱਚੋਂ ਤਾਂ ਲਾੜੇ ਨੇ ਜਾਣਾ, ਬਰਾਤ ਜਾਣੀ ਤੇ ਡੋਲੀ ਨੇ ਆਉਣਾ, ਫਿਰ ਇੱਥੇ ਫੱਟਾ ਕਿਉਂ ਪਿਆ? ਜਦ ਸਿੱਖ ਨੂੰ ਨੀਂਦ ਨਾ ਆਈ, ਸਿੱਖ ਉੱਠ ਕੇ ਬਾਹਰ ਆਇਆ, ਭਾਈ ਭਿਖਾਰੀ ਨੂੰ ਆਵਾਜ਼ ਮਾਰੀ। ਭਾਈ ਸਾਹਿਬ ਆ ਗਏ। ਇਹ ਕਿ ਘਰ ਵਿੱਚ ਹਲਵਾਈ ਨੇ, ਦਰਜੀ ਬੈਠੇ ਨੇ, ਕੱਪੜੇ ਸੀ ਰਹੇ ਨੇ ਅਤੇ ਬਰਾਤ ਜਾਣੀ ਹੈ ਤੇ ਫਿਰ ਇਹ ਫੱਟਾ ਕਿਉਂ ਰੱਖਿਆ? ਭਾਈ ਭਿਖਾਰੀ ਨੇ ਆਖਿਆ, ਸੁੱਖ ਤੇ ਦੁੱਖ ਜੁੜੇ ਹੋਏ ਨੇ, ਡੋਲੀ ਘਰ ਆਉਣੀ ਹੈ ਤੇ ਮੇਰੇ ਮੁੰਡੇ ਨੇ ਚਲਾਣਾ ਕਰ ਜਾਣਾ ਹੈ ਤਾਂ ਐਵੇਂ ਭਾਜੜ ਪਵੇਗੀ ਉਸ ਵਕਤ
ਇਸ ਲਈ ਸਭ ਪਹਿਲਾਂ ਤਿਆਰ ਕਰਕੇ ਰੱਖਿਆ ਹੋਇਆ ਹੈ। ਇਹ ਇਤਿਹਾਸ ਹੈ, ਅਸੀਂ ਇਤਿਹਾਸ ਦੇ ਪੰਨੇ ਪੜ੍ਹ ਕੇ ਸੁਣਾ ਰਹੇ ਹਾਂ। ਉਹ ਸਿੱਖ ਭਾਈ ਭਿਖਾਰੀ ਦੇ ਕਦਮਾਂ 'ਤੇ ਪੈ ਗਿਆ, ਝੁਕ ਗਿਆ ਤੇ ਇੱਕ ਸ਼ੰਕਾ ਆਈ ਕਿ ਜੇ ਮੁੰਡੇ ਨੇ ਮਰ ਹੀ ਜਾਣਾ ਤਾਂ ਫਿਰ ਵਿਆਹ ਕਰਨ ਦੀ ਕੀ ਲੋੜ ਹੈ? ਕਿਸੇ ਇਸਤਰੀ ਨੂੰ ਵਿਧਵਾ ਬਣਾਉਣ ਦੀ ਕੀ ਲੋੜ ਹੈ? ਭਾਈ ਭਿਖਾਰੀ ਜੀ ਆਖਦੇ ਨੇ ਕਿ ਮੇਰੀ ਦ੍ਰਿਵ ਦ੍ਰਿਸ਼ਟੀ ਨਾਲ ਮੈਨੂੰ ਐਸਾ ਪਤਾ ਚੱਲਿਆ, ਉਹਨੇ ਜੀਵਨ ਵਿਧਵਾ ਦਾ ਗੁਜ਼ਾਰਨਾ, ਮੈਂ ਕੀ ਕਰ ਸਕਦਾ ਇਸ ਵਿੱਚ? ਇਹ ਤਾਂ ਪਰਮਾਤਮਾ ਦੀ ਲਿਖੀ ਹੈ। ਜੋ ਹੋਣਾ ਉਹ ਤਾਂ ਹੋਣਾ ਹੀ ਹੈ, ਜੋ ਨਹੀਂ ਹੋਣਾ ਉਹ ਨਹੀਂ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।